ਕਿ ਉਹ ਮੇਰੇ ਕੋਲ ਨਾ ਇੱਕ ਦਿਨ ਇੱਕ ਬਜ਼ੁਰਗ ਹਾਂ ਨੌਜਵਾਨ ਜੋੜਾ ਆਇਆ ਹਾਂ ਤੇ ਉਹ ਬੈਠੇ ਜੀ, ਮਤਲਬ ਜੱਜ ਨਹੀਂ ਤੁਸੀਂ ਕਰ ਸਕਦੇ ਵੀ ਉਹ ਕਿੰਨੀ ਉਮਰ ਹੋਊਗੀ। ਲੱਗਦੇ ਸੀਗੇ ਉਹ ਮਤਲਬ 70 ਅਰਾਊਂਡ ਸੀਗੇ ਦੇਖਣ ਨੂੰ। ਜੇ ਉਹ ਮੈਨੂੰ ਪੁੱਛਦੇ ਵੀ ਸਾਡੀ ਉਮਰ ਦੱਸ ਕਿੰਨੀ ਹੈ, ਤਾਂ ਉਹ ਪਰ ਉਹਨਾਂ ਦੀ ਪਰਚੀ ਤੇ ਏਜ ਲਿਖ ਕੇ ਆਈ ਸੀ। ਮੈਂ ਤਾਂ ਜੱਜ ਕੀਤੀ ਕਿ ਇੱਕ 82 ਸਾਲ ਦੇ ਸੀ ਤੇ ਉਹਨਾਂ ਦੇ ਹਸਬੈਂਡ ਜਿਹੜੇ ਸੀ ਉਹ 85 ਦੇ ਸੀ। ਅੱਛਾ ਜੀ। ਹਾਂ, ਤੇ ਉਹ ਕਹਿੰਦੇ ਵੀ ਗੋਇਲ ਸਾਹਿਬ ਗੱਲ ਇਹ ਹੈ ਵੀ ਅਸੀਂ ਤੁਹਾਡੇ ਕੋਲੇ ਤਾਂ ਆਏ ਹਾਂ ਦੋਨੇ ਜਾਣੇ। ਨਾਲ ਉਹਨਾਂ ਨੇ ਆਲੇ ਦੁਆਲੇ ਦੇਖਿਆ ਕੋਈ ਹੈ ਤਾਂ ਨਹੀਂ। ਮੈਂ ਕਿਹਾ ਜੀ ਨਹੀਂ ਕੋਈ ਨਹੀਂ, ਆਪਾਂ ਇਕੱਲੇ ਹੀ ਬੈਠੇ ਹਾਂ। ਤੇ ਕਹਿੰਦਾ ਅਸੀਂ ਤਾਂ ਆਏ ਹਾਂ ਤੁਹਾਡੇ ਕੋਲੇ ਵੀ ਹੁਣ ਨਿਆਣੇ ਤਾਂ ਸਾਡੇ ਵੱਡੇ ਵੱਡੇ ਨਿਆਣਿਆਂ ਵਾਲੇ ਵੀ ਹੋ ਗਏ, ਮਤਲਬ ਸਾਡੇ ਕਹਿੰਦੇ ਪੜੋਤੇ ਵੀ ਹੋ ਗਏ, ਤੇ ਕਹਿੰਦੇ ਹੁਣ ਇੱਥੇ ਕੋਈ ਵੀ ਨਹੀਂ, ਕੋਠੀ ਬਹੁਤ ਬੜੀ, ਅਸੀਂ ਦੋਏ ਆ, ਕਦੇ ਲੜ ਪੈਂਦੇ ਆ, ਕਦੇ ਹੱਸ ਪੈਂਦੇ ਆ, ਕਦੇ ਇੱਕ ਦੂਜੇ ਨੂੰ ਉਹ ਚਾਹ ਪਿਲਾ ਦਿੰਦੀ ਹੈ, ਕਦੇ ਮੈਂ ਪਿਲਾ ਦਿੰਦਾ, ਕਦੇ ਕੁਛ ਕਦੇ ਕੁਛ। ਸ਼ਾਮ ਨੂੰ ਕਹਿੰਦਾ ਅਸੀਂ ਇੱਕ ਛੋਟਾ ਛੋਟਾ ਦੋਏ ਲਾ ਲੈਂਦੇ ਹਾਂ, ਲਾ ਕੇ ਸੌਂ ਜਾਂਦੇ ਹਾਂ, ਸਵੇਰੇ ਫੇਰ ਆਉਂਦਾ। ਇੰਨਾ ਕਿ ਕਹਿੰਦਾ ਜੀਵਨ ਹੈ। ਕਹਿੰਦਾ ਤੁਸੀਂ ਕਹਿੰਦੇ ਹੁੰਦੇ ਵੀ ਰੋਮਾਂਸ ਵੀ ਹੋ ਸਕਦਾ। ਅੱਛਾ। ਹਾਂ, ਮੈਂ ਕਿਹਾ ਸਰ ਹਾਂ, ਹੁਣ ਵੱਡੀ ਉਮਰ ਸੀ, ਮੈਨੂੰ ਵੀ ਥੋੜਾ ਜਿਹਾ ਲੱਗਿਆ ਹਨਾ। ਮੈਂ ਕਿਹਾ ਜੀ ਹਾਂ। ਕਹਿੰਦਾ ਗੁਲ ਸਾਹਿਬ ਉੱਥੇ ਤਾਂ ਬੜਕ ਕੇ ਬੋਲਦੇ ਹੋ, ਹੁਣ ਤੁਸੀਂ ਸ਼ਰਮਾਉਂਦੇ ਕਿਉਂ? ਕਹਿੰਦਾ ਤੁਹਾਡੇ ਕੋਲ ਬੈਠਿਆ, ਗੱਲ ਪੂਰੀ ਦੱਸੋ। ਮੈਂ ਕਿਹਾ ਨਹੀਂ ਚਲੋ ਕੋਈ ਨਹੀਂ, ਠੀਕ ਲੱਗਿਆ, ਮੈਨੂੰ ਵਧੀਆ ਲੱਗਿਆ ਜੀ, ਜਿਉਣਾ ਚਾਹੀਦਾ ਜ਼ਿੰਦਗੀ ਨੂੰ। ਫਿਰ ਮੈਂ ਆਪਦੇ ਫਿਰ ਰੂਪ ਚ ਆ ਗਿਆ ਵੀ ਵਾਕਈ ਮੈਨੂੰ ਆਪਦਾ ਰੋਲ ਕਰਨਾ ਚਾਹੀਦਾ। ਜੋ ਜਿਸ ਸੀਟ ਤੇ ਰੱਬ ਨੇ ਮੈਨੂੰ ਬਿਠਾਇਆ, ਮੇਰੇ ਲਈ ਉਹ ਸੀਟ ਦੀ ਕਦਰ ਕਰਨੀ ਚਾਹੀਦੀ ਆ। ਤੇ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਸਰ ਇੱਕ ਨਾ ਐਕਸ+ ਗੋਲਡ ਕੈਪਸੂਲ ਹੈ, ਇੱਕ ਹੈਗੀ ਐਕਸ+ ਗੋਲਡ ਮਰਦਾਨੀ ਗੋਲੀ। ਅੱਛਾ, ਕੈਪਸੂਲ ਅਲੱਗ ਹੈ, ਗੋਲੀ ਅਲੱਗ ਹੈ। ਮੈਂ ਕਿਹਾ ਗੋਲੀ ਵੂਮੈਨ ਵਾਸਤੇ ਹੈ, ਕੈਪਸੂਲ ਮੈਨਸ ਵਾਸਤੇ। ਅੱਛਾ। ਮੈਂ ਕਿਹਾ ਜੇ ਉਹ ਤੁਹਾਨੂੰ ਸੂਟ ਕਰ ਜੇ ਤਾਂ ਤੁਸੀਂ ਉਹ ਯੂਜ਼ ਕਰ ਲਓ। ਕਹਿੰਦਾ ਲੈ ਗੁਲ ਸਾਹਿਬ ਤੁਸੀਂ ਕਹਿਤਾ ਬਸ ਸੂਟ ਕਰੂਗਾ, ਹੈਨਾ, ਵਿਸ਼ਵਾਸ ਦੇਖੋ ਉਹਨਾਂ ਨੂੰ। ਮੈਂ ਕਿਹਾ ਬਸ ਇਹ ਤੁਸੀਂ ਲੈ ਜਾਓ। ਤੇ ਉਹਨਾਂ ਨੇ ਜੋ ਲੈ ਲਿਆ, ਤੇ ਫਿਰ ਮੈਨੂੰ ਉੱਠਣ ਲੱਗੇ ਕਹਿੰਦੇ ਵੀ ਗੁਲ ਸਾਹਿਬ ਇੱਕ ਤੁਸੀਂ ਨਾ ਚਵਨਪ੍ਰਾਸ਼ ਦੀ ਗੱਲ ਕਰਦੇ ਹੁੰਦੇ ਹੋ। ਚਵਨਪ੍ਰਾਸ਼ ਜਿਹੜਾ ਤੁਹਾਡਾ? ਹਾਂ, ਜਿਹੜਾ ਉਹ ਮਹਿੰਗੇ ਵਾਲਾ? ਨਾ ਸਭ ਤੋਂ ਸਸਤਾ ਉਹੀ ਆ। ਅੱਛਾ। ਉਹਦੀ ਕੀਮਤ ਹੈ ਸਿਰਫ 1.5 ਲੱਖ ਰੁਪਏ ਦੇ ਕਰੀਬ। ਬਸ। ਹਾਂ, FD ਤਲਾਣੀ ਪੈਣੀ ਆ। ਕੀ ਕਰਨੀ ਆ ਰੱਖ ਕੇ FD? ਇਹ ਵੀ ਗੱਲ ਸਹੀ ਹੈ। ਬੈਂਕ 'ਚ FD ਪਈ ਨੇ, ਤੁਹਾਨੂੰ ਚਾਹ ਦਾ ਕੱਪ ਨਹੀਂ ਦੇਣਾ। ਚਾਹ ਦਾ ਕੱਪ ਤਾਂ ਉਹਨੇ ਦੇਣਾ ਜਿਹਨੂੰ ਤੁਸੀਂ ਖੁਸ਼ ਰੱਖ ਸਕਦੇ। ਉਹ ਹੈ ਤੁਹਾਡਾ ਸਰੀਰ। ਜੇ ਤੁਸੀਂ ਆਪਣੇ ਸਰੀਰ ਨੂੰ ਖੁਸ਼ ਰੱਖੋਗੇ, ਤਕੜਾ ਰੱਖੋਗੇ, ਮਜ਼ਬੂਤ ਰੱਖੋਗੇ, ਕਿਸੇ ਦੀ ਪਰਵਾਹ ਨਹੀਂ, ਆਪ ਬਣਾ ਕੇ ਪੀ ਜਾਓਗੇ ਤੁਸੀਂ। ਅੱਛਾ, ਮੈਂ ਇੱਥੇ ਜਿਹੜਾ ਮੇਰੇ ਖਿਆਲ ਆ ਜਿਹੜੀ ਉਹੀ ਤਾਂ ਨਹੀਂ ਚੀਜ਼ ਪਾਈ ਕਿਤੇ? ਹਾਂ, ਤਾਜ ਪਾਇਆ ਇਹਨੂੰ। ਇਹਨੂੰ ਟੱਚ ਕਰਨ ਦਾ ਕੋਈ ਪੈਸੇ ਦਾ ਨਹੀਂ? ਕੋਈ ਪੈਸਾ ਨਹੀਂ ਟੱਚ ਕਰਨ ਦਾ। ਇਹ ਤਾਂ ਪਹਿਲੀ ਗੱਲ ਤਾਜ ਮੈਨੂੰ ਬੜਾ ਵਧੀਆ ਲੱਗਾ ਜਿਹੜਾ ਤੁਸੀਂ ਕਰਾਊਨ ਸਜਾਇਆ ਉੱਪਰ। ਇਹ ਨਾ ਜੀ ਐਕਚੁਅਲੀ ਦੇਖੋ, ਇਹਨੂੰ ਅਸੀਂ ਬਣਾਇਆ ਮਿਸਟਰ ਇੰਡੀਆ। ਮਿਸਟਰ ਇੰਡੀਆ ਦੇਖੋ, ਤੇ ਨਾਲ ਹੀ ਇਹ ਮਿਸ ਇੰਡੀਆ ਵੀ ਹੈ, ਕਿਉਂਕਿ ਇਹਨੂੰ ਹਸਬੈਂਡ ਵੀ ਖਾ ਸਕਦਾ ਤੇ ਵਾਈਫ ਵੀ ਖਾ ਸਕਦੀ ਹੈ। ਹਾਂ, ਇਹਨੂੰ ਵਾਈਫ ਵੀ ਖਾ ਸਕਦੀ ਹੈ। ਅਸੀਂ ਕਹਿੰਦੇ ਹੁੰਦੇ ਵੀ ਦੋਨੋਂ ਜਣੇ ਖਾਓ, ਉਹਨੂੰ ਨਹੀਂ। ਫਿਰ ਤਾਂ ਦੋ ਹੀ ਲੈਣੇ ਪੈਣਗੇ, ਫਿਰ ਲੜਾਈ ਹੋ ਜਾਣੀ ਨਾ ਆਪਸ। ਉਹਨੂੰ ਨਹੀਂ, ਇਹਨੂੰ। ਇਹ ਦੇਖੋ ਬੜੇ ਕੀ ਚੀਜ਼, ਓਏ ਹੋਏ, ਕੱਚ ਦੀ ਬੋਤਲ, ਤੇ ਇਹਨੂੰ ਪੂਰਾ ਸੇਫਟੀ ਨਾਲ ਰੱਖਿਆ ਜਾਂਦਾ ਤਾਂ ਕਿ ਕੋਈ ਵੀ ਇਹਦਾ ਇਨਗਰੀਡੀਐਂਟ ਜਿਹੜਾ ਅੰਦਰੋਂ ਖਰਾਬ ਨਾ ਹੋਵੇ। ਅੱਛਾ ਜੀ। ਹਾਂ, ਫਿਰ ਇਹਦਾ ਬਾਕਸ ਲਾਇਆ ਗਿਆ ਜੀ, ਬਕਾਇਦਾ ਸਪੈਸ਼ਲ ਪੂਰਾ ਸਾਈਜ਼ ਦਾ ਬਾਕਸ, ਉਹਦੇ ਵਿੱਚ ਬੁੱਕ। ਮੈਂ ਉਹੀ ਸੋਚ ਰਿਹਾ ਸੀ ਵੀ ਇਹ 1.5 ਲੱਖ ਦਾ, ਚਲੋ ਇੱਦਾਂ ਤਾਂ ਫਿਲਹਾਲ ਤੁਸੀਂ ਇੱਥੇ ਰੱਖਿਆ ਹੋਇਆ ਮੈਨੂੰ ਦਿਖਾਉਣ ਵਾਸਤੇ, ਤੇ ਪੈਕ ਕਾਹਦੇ 'ਚ ਹੋਏਗਾ ਫਿਰ? ਇਹਦੀ ਪੂਰੀ ਇੱਕ ਬੈਗ ਹੈ। ਅੱਛਾ। ਔਰ ਉਹ ਵੀ ਪੂਰਾ ਗੋਲਡ ਫੀਲਿੰਗ ਆ। ਇਹਨੂੰ ਉਹਦੇ ਵਿੱਚ ਰੱਖਿਆ ਜਾਂਦਾ, ਤੇ ਉਸ ਤੋਂ ਬਾਅਦ ਉਹਦੇ 'ਚ ਇੱਕ ਬੁੱਕ ਅਸੀਂ ਦਿੱਤੀ ਹੈ, ਜਿਹਦੇ 'ਚ ਚਵਨਪ੍ਰਾਸ਼ ਦਾ ਇਤਿਹਾਸ ਹੈ। ਅੱਛਾ। ਕਿਉਂਕਿ ਚਵਨਪ੍ਰਾਸ਼ ਕੋਈ ਇਹ ਨਹੀਂ ਹੈਗਾ ਕਿ ਆਮ ਕੋਈ ਚੀਜ਼ ਚੱਕੀ ਤੇ ਬਣ ਗਿਆ, ਇਹ ਗ੍ਰੰਥ ਦਾ ਯੋਗ ਹੈ। ਓਕੇ। ਗ੍ਰੰਥ ਦੇ ਵਿੱਚ ਦਰਜ ਹੈ, ਜਿਵੇਂ ਸਾਡੇ ਰਿਸ਼ੀ ਮੁਨੀ ਹੋਏ ਨੇ ਇੰਨੇ, ਉਹਨਾਂ 'ਚ ਇੱਕ ਰਿਸ਼ੀ ਚਰਕ ਹੋਏ ਆ, ਤੇ ਉਹਨਾਂ ਦੇ ਨਾਲ ਹੀ ਇੱਕ ਚਵਨ ਰਿਸ਼ੀ ਹੋਇਆ। ਅੱਛਾ, ਨਾਮ ਸੀਗਾ ਚਵਨਪ੍ਰਾਸ਼। ਓਕੇ। ਉਹ ਚਵਨ ਰਿਸ਼ੀ ਨੇ ਬਣਾਇਆ ਸੀਗਾ ਇਹਨੂੰ ਐਂਟੀ ਏਜਿੰਗ। ਅੱਛਾ। ਇਹ ਗ੍ਰੰਥ 'ਚ ਲਿਖਿਆ ਵੀ ਚਵਨਪ੍ਰਾਸ਼ ਜਿਹੜਾ ਚਵਨ ਰਿਸ਼ੀ ਜੀ ਨੇ ਬਣਾਇਆ ਸੀ, ਉਹਨੂੰ ਖਾ ਕੇ ਉਹਨਾਂ ਦੀ ਬਾਡੀ ਦੇ ਵਿੱਚ ਦੁਬਾਰਾ ਤੋਂ ਯੁਵਾ ਅਵਸਥਾ ਆ ਗਈ ਸੀ, ਬ੍ਰਿਧ ਅਵਸਥਾ ਤੋਂ ਯੁਵਾ ਅਵਸਥਾ 'ਚ ਆ ਗਏ ਸੀ, ਦੰਦ ਨਵੇਂ ਆ ਗਏ ਸੀ, ਬਾਲ ਨਵੇਂ ਆ ਗਏ ਸੀ, ਹੱਡੀਆਂ ਮਜ਼ਬੂਤ ਹੋ ਗਈਆਂ ਸੀ, ਸਕਿਨ ਟਾਈਟ ਹੋ ਗਈ ਸੀ। ਮਤਲਬ ਉਸ ਟਾਈਮ ਦੀਆਂ ਜੜੀਆਂ ਬੂਟੀਆਂ, ਉਸ ਟਾਈਮ ਦਾ ਉਹਨਾਂ ਦਾ ਬਣਾਉਣ ਦਾ ਤਰੀਕਾ, ਉਹਨਾਂ ਦੀ ਸਾਇੰਸ, ਪਰ ਉਹ ਫਾਰਮੂਲਾ ਦੇ ਗਏ, ਬੁੱਕਸ ਦੇ ਵਿੱਚ ਆ ਗਿਆ। ਉਹ ਫਿਰ ਵੱਡੀਆਂ ਵੱਡੀਆਂ ਹਿੰਦੁਸਤਾਨ ਦੀਆਂ ਕੰਪਨੀਆਂ ਨੇ ਬਣਾਇਆ,
ਲੋਕਾਂ ਨੇ ਖਾਇਆ, ਜਿਵੇਂ ਹੁਣ ਅਸੀਂ ਸਾਡੇ ਫਾਦਰ ਸਾਹਿਬ ਲਿਆਉਂਦੇ ਸੀ, ਜਦੋਂ ਠੰਡ ਆਉਣੀ ਇੱਕ ਡੱਬਾ ਲੈ ਆਉਂਦੇ ਸੀ ਉਹ, ਵੀ ਓਕੇ। ਚਲੋ ਸਰਦੀ ਖਾ ਲੈਂਦੇ ਹਾਂ, ਜ਼ੁਕਾਮ ਵਾਹ। ਨਹੀਂ ਹੋਊਗਾ, ਹੂੰ। ਠੰਡ ਨਹੀਂ ਲੱਗੂਗੀ, ਸਾਰਾ ਕੁਝ ਠੀਕ ਰਹੂਗਾ। ਸਾਨੂੰ ਇੰਨਾ ਕੁ ਦੱਸ ਦਿੰਦੇ ਸੀ ਉਹ, ਅੱਛਾ। ਵੀ ਇਸ ਲਈ। ਪਰ ਹੁਣ ਸਾਨੂੰ ਪਤਾ ਲੱਗ ਗਿਆ ਵੀ ਇਹ ਕਿਉਂ ਖਾਧਾ ਜਾਂਦਾ ਹਰ ਸੀਜ਼ਨ 'ਚ ਚਵਨਪ੍ਰਾਸ਼, ਹੂੰ। ਤੇ ਕਿਉਂਕਿ ਇਹ ਬੀਰਜ ਵਰਧਕ ਹੈ। ਓਕੇ। ਹੁਣ ਜਿਹੜੇ ਇਨਸਾਨ ਦਾ ਬਾਡੀ ਦੇ ਵਿੱਚ ਬੀਰਜ ਗੁੱਡ ਹੈ, ਹੂੰ। ਜਿਹੜੇ ਇਨਸਾਨ ਦੀ ਬਾਡੀ ਦੇ ਵਿੱਚ ਬਲੱਡ ਦੀ ਕੁਆਲਿਟੀ ਗੁੱਡ ਹੈ, ਹੂੰ। ਉਹਨੂੰ ਕੀ ਪ੍ਰੋਬਲਮ ਆ ਸਕਦੀ ਹੈ? ਹੂੰ। ਜਿਹੜੀ ਗੱਡੀ ਦੇ ਵਿੱਚ ਮੋਬਾਈਲ ਤੇ ਪੈਟਰੋਲ ਠੀਕ ਆ, ਉਹ ਭੱਜੂਗੀ। ਬਿਲਕੁਲ ਇਸੇ ਸਹੀ ਤਰ੍ਹਾਂ ਗੱਲ। ਸਾਡੀ ਬਾਡੀ 'ਚ ਬਲੱਡ ਤੇ ਬੀਰਜ ਹੈ, ਹੂੰ। ਤੇ ਉਹ ਚੀਜ਼ ਦੇ ਨਾਲ ਹੀ ਸਾਰੀਆਂ ਚੀਜ਼ਾਂ ਪੋਸ਼ਣ ਹੁੰਦਾ, ਸਾਰੀਆਂ ਚੀਜ਼ਾਂ ਦਾ। ਹੂੰ। ਤੇ ਫਿਰ ਉਹਨਾਂ ਨੇ ਜਦੋਂ ਜ਼ਿਕਰ ਕੀਤਾ, ਸਰ ਨੇ ਤੇ ਮੈਡਮ ਨੇ, ਮੈਂ ਤਾਂ ਉਹਨਾਂ ਨੂੰ ਆਂਟੀ ਅੰਕਲ ਕਹਿੰਦੇ ਵੀ ਸੰਗਤਾਂ ਜਿਹੜੀਆਂ ਗੱਲਾਂ ਉਹ ਮੇਰੇ ਨਾਲ ਕਰਦੇ ਸੀਗੇ। ਹੂੰ। ਤੇ ਉਹਨਾਂ ਨੇ ਜਦੋਂ ਇਹਨੂੰ ਲਿਆ ਤੇ ਮੇਰੇ ਤੋਂ ਡੱਬਾ ਲੈ ਕੇ ਗਏ, ਮੈਨੂੰ 20-22 ਦਿਨ ਬਾਅਦ ਆਏ ਮੇਰੇ ਕੋਲ, ਤੇ ਮੈਨੂੰ ਆਇਆ ਸੀ ਵੀ ਪਤਾ ਨਹੀਂ ਹੁਣ ਕੀ ਇਹਨਾਂ ਦਾ ਰਿਜ਼ਲਟ ਹੋਊਗਾ, ਚਲੋ ਆਪਾਂ ਸਾਰੀ ਫੀਡਬੈਕ ਲੈਂਦੇ ਹਾਂ। ਬੈਠੇ ਤੇ ਬੈਠਣ ਸਾਰ ਉਹ ਜਿਹੜੇ ਸਰ ਸੀਗੇ ਨਾ, ਉਹਨਾਂ ਦਾ ਐਡਾ ਐਕਸਪੀਰੀਅੰਸ ਸੀਗਾ। ਹੁਣ ਕਿਤਾਬ ਜਦੋਂ ਖੁੱਲ੍ਹਦੀ ਆ ਫਿਰ ਪਤਾ ਲੱਗਦਾ ਨਾ ਪੰਨਿਆਂ 'ਚ ਕੀ ਲਿਖਿਆ, ਹੂੰ। ਤੇ ਉਹਨਾਂ ਦਾ ਇੰਨਾ ਕੁ ਐਕਸਪੀਰੀਅੰਸ ਸੀਗਾ ਕਿ ਮੇਰੇ ਨਾਲ ਉਹਨਾਂ ਨੇ ਇੱਕ ਗੱਲ ਸ਼ੇਅਰ ਕੀਤੀ, ਕਹਿੰਦਾ ਯਾਰ ਗੋਇਲ, ਮਤਲਬ ਡਾਕਟਰ ਵੈਦ ਰਿਸਪੈਕਟਡ ਕਿਸੇ ਗੱਲ ਤੋਂ ਹਟ ਗਏ, ਮੇਰੇ ਨਾਲ ਇੱਦਾਂ ਬੋਲੇ ਵੀ ਯਾਰ ਗੋਇਲ ਐਂ ਦੱਸ ਵੀ ਇਹ ਹਿੰਦੁਸਤਾਨ 'ਚ ਹੋਰ ਵੀ ਕੋਈ ਬਣਾਉਂਦਾ ਹੈ? ਹੂੰ। ਮੇਰਾ ਵੀ ਇਹੀ ਸਵਾਲ ਸੀਗਾ। ਮੈਂ ਕਿਹਾ ਜੀ ਹਲੇ ਕਿਸੇ ਦੀ ਹੋਰ ਦੀ ਹਿੰਮਤ ਨਹੀਂ ਸੀ, ਮੈਂ ਵੀ ਹਿੰਮਤ ਕਰ ਲਈ, ਬਣਾ ਲਿਆ। ਮੇਰਾ ਵੀ ਮੈਂ ਕਿਹਾ ਬਣਾਉਣ ਲੱਗੇ ਘਰ ਵਿਕ ਗਿਆ ਸੀ, ਇਹਨੂੰ 500 ਡੱਬਾ ਜਦ ਬਣਿਆ, ਮੈਂ ਕਿਹਾ ਇਹਦੀ ਕੀਮਤ ਹੈ